ਕੈਨੇਡੀਅਨ ਸਰਕਾਰ ਨੇ ਭਾਰਤ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਨੇ। ਭਾਰਤ ਨੂੰ ਦੱਸਿਆ ਕਿ ਹਰਦੀਪ ਨਿੱਜਰ ਦੇ ਕਾਤਲ ਨੇ ਕਾਤਲ ਭਾਰਤ ਹੈ। ਭਾਰਤ ਸਰਕਾਰ ਦਾ ਇਹਦੇ ਵਿੱਚ ਹੱਥ ਹੈ, ਇੰਡੀਅਨ ਡਿਪਲੋਮੈਟ ਦਾ ਵੱਡਾ ਹੱਥ ਹੈ ਔਰ ਉਸ ਨੂੰ ਐਕਸਪੈਲ ਕਰ ਦਿੱਤਾ। ਹਾਊਸ ਆਫ ਕਾਮਨ ਦੇ ਵਿੱਚ ਖੜ ਕੇ ਜਸਟਿਨ ਟਰੂਡੋ ਨੇ ਇਹ ਭਾਰਤ ਦੇ ਉੱਤੇ ਵੱਡੇ ਇਲਜ਼ਾਮ ਲਾਏ ਨੇ ਔਰ ਇਹਦੇ ਨਾਲ ਇਹ ਦੋਹਾਂ ਦੇਸ਼ਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਟੱਸਲ ਜਿਹੜੀ ਹੈ ਜਾਂ ਕਹ ਲਓ ਕਿ ਵੱਡੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ। ਦਰਅਸਲ ਇਹ ਸਿੱਧੇ ਇਲਜ਼ਾਮ ਕੈਨੇਡਾ ਦੇ ਵੱਲੋਂ ਭਾਰਤ ਦੇ ਉੱਤੇ ਲਾਏ ਗਏ ਨੇ ਔਰ ਕੈਨੇਡਾ ਦੇ ਹਾਊਸ ਆਫ ਕਾਮਨ ਯਾਨੀ ਕਿ ਸੰਸਦ ਦੇ ਵਿੱਚ ਖੜ ਕੇ ਭਾਰਤ ਦੇ ਉੱਤੇ ਇਲਜ਼ਾਮ ਲਾਏ ਗਏ ਨੇ। ਤੁਹਾਨੂੰ ਯਾਦ ਹੋਵੇਗਾ ਕਿ ਖਾਲਿਸਤਾਨੀ ਹਰਦੀਪ ਸਿੰਘ ਨਿੱਜਰ ਦਾ ਗੁਰਦੁਆਰਾ ਸਾਹਿਬ ਦੇ ਬਾਹਰ 18 ਜੂਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀਗਾ। ਦੋ ਮੋਟਰਸਾਈਕਲ ਸਵਾਰ ਸੀਗੇ, ਉਹਨਾਂ ਨੇ ਕਤਲ ਕੀਤਾ ਸੀਗਾ ਖਾਲਿਸਤਾਨੀ, ਕਿਉਂਕਿ ਇਹ 2020 ਦੇ ਵਿੱਚ ਭਾਰਤ ਦੇ ਵਿੱਚ ਇੰਡੀਅਨ ਗਵਰਨਮੈਂਟ ਦੇ ਵੱਲੋਂ ਅੱਤਵਾਦੀ ਡਿਕਲੇਅਰ ਕੀਤਾ ਗਿਆ ਸੀ ਹਰਦੀਪ ਨਿੱਜਰ ਨੂੰ ਔਰ ਉਸ ਤੋਂ ਬਾਅਦ ਲਗਾਤਾਰ ਇਹ ਟੱਸਲ ਜਿਹੜੀ ਚੱਲਦੀ ਸੀਗੀ। ਪਰ ਹੁਣ ਵੱਡਾ ਮੋੜ ਹੈ ਹਾਊਸ ਆਫ ਕਾਮਨ ਦੇ ਵਿੱਚ ਖੜ ਕੇ ਯਾਨੀ ਕਿ ਕੈਨੇਡਾ ਦੀ ਸੰਸਦ ਦੇ ਵਿੱਚ ਖੜ ਕੇ ਭਾਰਤ ਸਰਕਾਰ ਦੇ ਉੱਤੇ ਸਿੱਧੇ ਇਲਜ਼ਾਮ ਟਰੂਡੋ ਸਰਕਾਰ ਨੇ ਲਾਤੇ ਆ। ਟਰੂਡੋ ਹੁਣਾਂ ਨੇ ਆਪ ਲਾ ਦਿੱਤੇ ਆ ਔਰ ਕਿਹਾ ਆ ਕਿ ਭਾਰਤ ਨੇ ਨਿੱਜਰ ਦਾ ਕਤਲ ਕਰਵਾਇਆ। ਇਹਦੇ ਵਿੱਚ ਇੰਡੀਅਨ ਏਜੰਟ, ਇੰਡੀਅਨ ਡਿਪਲੋਮੈਟ ਜਿਹੜਾ ਸੀਗਾ ਉਹ ਸ਼ਾਮਲ ਸੀਗਾ, ਉਹਦੇ ਤੇ ਵੀ ਵੱਡੀ ਕਾਰਵਾਈ ਕੀਤੀ ਗਈ, ਉਹਨੂੰ ਐਕਸਪੈਲ ਕਰ ਦਿੱਤਾ ਆ। ਫਿਲਹਾਲ ਇਹ ਕਿਉਂਕਿ ਇਹ ਬਹੁਤ ਵੱਡਾ ਮਾਮਲਾ ਹੈ, ਸਿੱਧਾ ਕਿਸੇ ਕੰਟਰੀ ਦੇ ਵੱਲੋਂ ਦੂਸਰੀ ਕੰਟਰੀ ਦੇ ਉੱਤੇ ਜਦੋਂ ਇਲਜ਼ਾਮ ਲੱਗਦਾ ਹੈ ਤੇ ਬਹੁਤ ਵੱਡਾ ਮਾਮਲਾ ਹੈ। ਕੈਨੇਡਾ ਨੇ ਭਾਰਤ ਦੇ ਉੱਤੇ ਇਹ ਵੱਡਾ ਇਲਜ਼ਾਮ ਲਾ ਦਿੱਤਾ ਆ ਕਿ ਹਰਦੀਪ ਨਿੱਜਰ ਦਾ ਕਤਲ ਭਾਰਤ ਸਰਕਾਰ ਨੇ ਕਰਵਾਇਆ ਔਰ ਨਾਲ ਇਹ ਵੀ ਕਹਿ ਦਿੱਤਾ ਕਿ ਭਾਰਤ ਸਰਕਾਰ ਦਾ ਇਦਾਂ ਦਾ ਵਤੀਰਾ ਜਾਂ ਇੰਡੀਅਨ ਡਿਪਲੋਮੈਟ ਦਾ ਇਦਾਂ ਦਾ ਵਤੀਰਾ ਕੈਨੇਡਾ ਦੀ ਜਿਹੜੀ ਸਦਭਾਵਨਾ ਆ, ਕੈਨੇਡਾ ਦੀ ਜਿਹੜੀ ਸਿਕਿਉਰਿਟੀ ਆ, ਪੀਸ ਹੈ, ਉਹਦੇ ਉੱਤੇ ਬਹੁਤ ਵੱਡਾ ਵਾਰ ਹੈ। ਅਸੀਂ ਉਹਨੂੰ ਜਿਹੜਾ ਕਦੇ ਵੀ ਜਿਹੜਾ ਸਹਿਣ ਨਹੀਂ ਕਰ ਸਕਦੇ। ਕਿਸੇ ਪੀਐਮ ਦੇ ਵੱਲੋਂ ਦੂਸਰੀ ਕੰਟਰੀ ਦੇ ਉੱਤੇ ਅਜਿਹਾ ਇਲਜ਼ਾਮ ਲਾਉਣਾ ਬਹੁਤ ਮਾਇਨੇ ਰੱਖਦਾ ਹੈ, ਉਹ ਵੀ ਭਾਰਤ ਵਰਗੀ ਕੰਟਰੀ ਜਿਹੜੀ ਹੁਣੇ ਜੇ G20 ਹੋਸਟ ਕਰਕੇ ਹਟੀ ਆ, ਉਹਦੇ ਤੇ ਇਹ ਅਜੇ ਇਲਜ਼ਾਮ ਲਾਉਣੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ। ਔਰ ਇਹਨੂੰ ਜੇਕਰ ਦੇਖਿਆ ਜਾਵੇ, ਕਿਉਂਕਿ ਐਨਾਲਿਟਿਕ ਪੱਖੋਂ ਦੇਖਿਆ ਜਾਵੇ, ਕੈਨੇਡਾ ਕਿਉਂਕਿ G20 ਦੇ ਦੌਰਾਨ ਪੀਐਮ ਟਰੂਡੋ ਭਾਰਤ ਆਉਂਦੇ ਨੇ ਤੇ ਉਸ ਸਮੇਂ ਜਿਹੜੀ ਸਟੇਟਮੈਂਟ ਸੀ ਕੁਝ ਹੋਰ ਸੀ। ਫਿਲਹਾਲ ਮੇਰੇ ਨਾਲ ਸਾਡੇ ਸੀਨੀਅਰ ਪੱਤਰਕਾਰ ਨੇ ਨਰੇਸ਼ ਜੀ। ਇਹ ਸਟੇਟਮੈਂਟ ਕੁਝ ਐਦਾਂ ਲੱਗਦੀ ਹੈ ਕਿ G20 ਵਾਲੇ ਦਿਨ ਪੀਐਮ ਟਰੂਡੋ ਦੇ ਸੁਰ ਵੱਖਰੇ ਸੀਗੇ, ਪਰ ਹੁਣ ਅਚਾਨਕ ਇਹ ਸਟੇਟਮੈਂਟ ਆਉਂਦੀ ਕਿ ਭਾਰਤ ਸਰਕਾਰ ਨੇ ਕਤਲ ਕਰਵਾਇਆ ਹਰਦੀਪ ਨਿੱਜਰ ਦਾ। ਕਿਵੇਂ ਦੇਖਦੇ ਹੋ ਇਸ ਨੂੰ? ਦੇਖੋ ਖੈਰਾ ਜੀ, ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਜਿਹੜੀ ਸਰਕਾਰ ਹੈ, ਟਰੂਡੋ ਸਰਕਾਰ ਹੈ, ਉਹ ਭਾਰਤ ਲੰਬੇ ਸਮੇਂ ਤੋਂ ਕਹਿ ਰਿਹਾ ਵਾ ਕਿ ਕੈਨੇਡਾ ਦੇ ਵਿੱਚ ਖਾਲਿਸਤਾਨੀਆਂ ਨੂੰ ਜਿਹੜੀ ਆ ਉਹ ਪਾਲਦੀ ਹੈ, ਯਾਨੀ ਕਿ ਜਿਹੜੇ ਭਾਰਤ ਵਿਰੋਧੀ ਤੱਤਵ ਨੇ, ਜਿਹੜੀਆਂ ਭਾਰਤ ਵਿਰੋਧੀ ਗਤੀਵਿਧੀਆਂ ਕਰਦੇ ਉੱਥੇ, ਉਹਨਾਂ ਨੂੰ ਜਿਹੜੀ ਹੈ ਸਪੋਰਟ ਕਰਦੀ ਹੈ ਕੈਨੇਡਾ ਦੀ ਸਰਕਾਰ। ਕਿਉਂਕਿ NDP ਜਿਹੜੀ ਹੈ ਜਿਹੜੀ ਸਰਕਾਰ ਹੈ, NDP ਜੋ ਉਹਦੇ ਪ੍ਰਧਾਨ ਨੇ ਜਿਹੜੇ ਜਗਮੀਤ ਸਿੰਘ, ਉਹ ਉਹਨਾਂ ਨਾਲ ਕਲੋਜ਼ ਰਿਲੇਸ਼ਨਸ਼ਿਪ ਨੇ ਸਰਕਾਰ ਦੇ ਨਾਲ, ਜੀ ਪਾਰਟਨਰ ਵੀ ਨੇ। ਤੇ ਹੁਣ ਸਵਾਲ ਇਹ ਹੁੰਦਾ ਵਾ ਕਿ ਜਿਸ ਦਿਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ G20 ਦੀ ਮੀਟਿੰਗ ਦੇ ਵਿੱਚ ਆਉਂਦੇ ਨੇ, ਉਸੇ ਦਿਨ ਰਾਤੀ ਵੈਨਕੂਵਰ ਦੇ ਵਿੱਚ ਇੰਡੀਆ ਦੀ ਐਮਬੈਸੀ ਦੇ ਉੱਤੇ ਜਿਹੜੇ ਉਹਦੇ ਸਾਹਮਣੇ ਪ੍ਰੋਟੈਸਟ ਹੁੰਦਾ ਵਾ ਜੀ। ਤੇ ਕਿਉਂਕਿ ਜਿੱਥੇ ਵੀ ਸ਼ਾਇਦ ਰੂਲ ਆਫ ਲਾਅ ਕਈ ਲੋਕਾਂ ਨੂੰ ਨਹੀਂ ਪਤਾ ਹੋਏਗਾ, ਮੰਨ ਲਓ ਜੇ ਕੋਈ ਕੰਟਰੀ ਹੈ, ਉਹਦੀ ਐਮਬੈਸੀ ਜਿਹੜੀ ਸਟੇਟ ਦੇ ਵਿੱਚ ਹੈ, ਉਸ ਜਗ੍ਹਾ ਦੇ ਉੱਤੇ, ਉਸ ਜਗ੍ਹਾ ਦੇ ਅਰਾਊਂਡ ਜਿਹੜੀ ਐਮਬੈਸੀ ਦਾ ਏਰੀਆ ਹੁੰਦਾ, ਉੱਥੇ ਉਸ ਕੰਟਰੀ ਦਾ ਰੂਲ ਆਫ ਲਾਅ ਚੱਲਦਾ ਵਾ ਜੀ। ਇਹੀ ਕਾਰਨ ਹੈ ਕਿ NIA ਨੇ ਪ੍ਰੋਬ ਖੋਲੀ ਹੈ ਜਦੋਂ UK ਦੇ ਵਿੱਚ ਇੰਡੀਆ ਦੀ ਐਮਬੈਸੀ ਦੇ ਉੱਤੇ ਹਮਲਾ ਹੋਇਆ ਵਾ, ਤੇ NIA ਨੇ ਪ੍ਰੋਬ ਖੋਲੀ ਤੇ ਉੱਥੇ FIR ਵੀ ਦਰਜ ਹੋਈ ਹੈ ਕਾਫੀ ਲੋਕਾਂ ਦੇ ਉੱਤੇ। ਜੀ 2 ਅਰੈਸਟ ਹੋ ਗਏ ਉਸ ਤੇ। ਹਾਂ, ਸੇਮ ਤਰ੍ਹਾਂ ਦੀਆਂ FIR ਜਿਹੜੀਆਂ ਵਾ ਨਿੱਜਰ ਦੇ ਉੱਤੇ ਵੀ ਦਰਜ ਸੀ। NIA ਨੂੰ ਲੋੜੀਂਦਾ ਸੀ ਉਹ, ਤੇ ਉਹ ਬੰਦਾ ਵਾ ਇੰਡੀਆ ਦਾ ਡੈਜ਼ਿਗਨੇਟਡ ਟੈਰਰਿਸਟ ਸੀ ਜੀ। ਤੇ ਹੁਣ ਕੈਨੇਡਾ ਦੀ ਸਰਕਾਰ ਕਹਿੰਦੀ ਪਈ ਕਿ ਉਹਨਾਂ ਦੇ ਨਾਗਰਿਕ ਦੀ ਹੱਤਿਆ ਕੀਤੀ ਗਈ ਹੈ ਔਰ ਇੱਕ ਪ੍ਰਧਾਨ ਮੰਤਰੀ ਦਾ ਸੰਸਦ ਦੇ ਵਿੱਚ ਖੜੇ ਹੋ ਕੇ ਕਹਿਣਾ, ਚਲੋ ਇਹ ਡਿਪਲੋਮੈਟਿਕ ਰਿਲੇਸ਼ਨ ਹੁੰਦੇ ਆ, ਸਾਰੀਆਂ ਕੰਟਰੀਜ਼ ਦੇ ਆਪਸ ਚ ਹੁੰਦੇ ਆ, ਔਰ ਏਦਾਂ ਦੇ ਮਾਮਲੇ ਦੇ ਵਿੱਚ ਨਾਰਮਲੀ ਇਹ ਦੇਖਿਆ ਜਾਂਦਾ ਹੈ, ਮੈਨੂੰ 23 ਸਾਲ ਹੋ ਗਏ ਮੀਡੀਆ ਦੇ ਵਿੱਚ, ਏਦਾਂ ਦੇ ਮਾਮਲੇ ਚ ਖੈਰਾ ਜੀ ਇਹ ਦੇਖਿਆ ਜਾਂਦਾ ਵਾ ਕਿ ਵਿਦੇਸ਼ ਮੰਤਰਾਲੇ ਵੱਲੋਂ ਹੀ ਕੋਈ ਬਿਆਨ ਜਾਰੀ ਹੁੰਦਾ ਵਾ, ਇੰਨੀ ਦੂਰ ਤੱਕ ਕੋਈ ਨਹੀਂ ਜਾਂਦਾ। ਮੀਨਸ ਟਰੂਡੋ ਬਹੁਤ ਦੂਰ ਤੱਕ ਚਲੇ ਗਏ। ਟਰੂਡੋ ਨੇ ਸੰਸਦ ਦੇ ਵਿੱਚ ਖੜੇ ਹੋ ਕੇ ਐਲੀਗੇਸ਼ਨ ਲਗਾਤੇ ਸਿੰਪਲ ਜੀ, ਵਿਦਆਊਟ ਐਨੀ ਐਵੀਡੈਂਸ। ਹੁਣ ਇਹ ਐਲੀਗੇਸ਼ਨ ਕੋਰਟ ਦੇ ਵਿੱਚ ਪ੍ਰੂਵ ਕਿੱਦਾਂ ਹੋਣਗੇ, ਉਹ ਇੱਕ ਵੱਖਰਾ ਵਿਸ਼ਾ ਵਾ। ਲੇਕਿਨ ਇਹਦੇ ਪਿੱਛੇ ਕਾਰਨ ਕੀ ਹੈ? ਕੈਨੇਡਾ ਇੱਕ ਏਦਾਂ ਦਾ ਕੰਟਰੀ ਹੈ ਜਿੱਥੇ ਪੰਜਾਬ ਤੋਂ ਬਾਅਦ ਸਭ ਤੋਂ ਜ਼ਿਆਦਾ ਪੰਜਾਬੀ ਨੇ। ਵੋਟ ਬੈਂਕ ਪੰਜਾਬ ਤੋਂ ਬਾਅਦ ਸਭ ਤੋਂ ਜ਼ਿਆਦਾ ਪੰਜਾਬੀ ਨੇ, ਔਰ ਪੰਜਾਬੀ ਵੀ ਸਿੱਖ ਪੰਜਾਬੀ ਨੇ ਜ਼ਿਆਦਾ। ਆਪਾਂ ਬਰੈਂਪਟਨ ਚਲੇ ਜਾਈਏ, ਆਪਾਂ ਸਰੇ ਚਲੇ ਜਾਈਏ, ਆਪਾਂ ਵੈਨਕੂਵਰ ਚਲੇ ਜਾਈਏ, ਆਪਾਂ ਕੈਲਗਰੀ ਚਲੇ ਜਾਈਏ, ਟੋਰਾਂਟੋ ਚਲੇ ਜਾਈਏ, ਇਹ ਏਰੀਆਜ਼ ਨੇ, ਕੁਝ ਪਾਕਟਸ ਹੈਗੀਆਂ ਜਿੱਥੇ ਪੰਜਾਬੀ ਡੋਮੀਨੈਂਸ ਵਿੱਚ ਨੇ। ਯਾਨੀ ਕਿ ਜੇ ਬਰੈਂਪਟਨ ਦੇ ਵਿੱਚ ਇਲੈਕਸ਼ਨ ਹੁੰਦਾ ਵਾ ਤੇ ਉੱਥੇ ਪਹਿਲੇ ਨੰਬਰ ਦਾ ਕੈਂਡੀਡੇਟ ਵੀ ਪੰਜਾਬੀ ਹੈ, ਦੂਜੇ ਹਾਰਨ ਵਾਲਾ ਵੀ ਪੰਜਾਬੀ, ਤੇ ਤੀਜੇ ਨੰਬਰ ਵਾਲਾ ਵੀ ਪੰਜਾਬੀ ਹੈ, ਉਹ ਵੀ ਸਿੱਖ ਹੈ।
ਸੋ ਇਹ ਜਿਹੜੀ ਵੋਟ ਬੈਂਕ ਦੀ ਪੋਲਿਟਿਕਸ ਹੈਗੀ ਹੈ, ਸਿੱਖ ਵੋਟ ਬੈਂਕ ਦੀ ਪੋਲਿਟਿਕਸ ਹੈਗੀ ਹੈ, ਖਾਲਿਸਤਾਨੀਆਂ ਨੂੰ ਅਪੀਜ਼ਮੈਂਟ ਕਰਨ ਵਾਲੀ ਜਿਹੜੀ ਪੋਲਿਟਿਕਸ ਹੈਗੀ ਹੈ, ਉਹਦੀ ਮਜਬੂਰੀ ਨਜ਼ਰ ਆਉਂਦੀ ਪਈ ਹੈ ਜਸਟਿਨ ਟਰੂਡੋ ਦੀ ਕਿ ਉਹ ਇੱਕ ਪ੍ਰਧਾਨ ਮੰਤਰੀ ਨੂੰ ਸੰਸਦ ਦੇ ਵਿੱਚ ਖੜੇ ਹੋ ਕੇ ਕਹਿਣਾ ਪੈ ਗਿਆ ਕਿ ਜਿਹੜਾ ਇੰਡੀਆ ਵਾ ਉਹ ਇਸ ਹੱਤਿਆ ਦੇ ਪਿੱਛੇ ਹੈ। ਅੱਛਾ ਹਾਲਾਂਕਿ ਕਾਨੂੰਨੀ ਤੌਰ ਦੇ ਉੱਤੇ ਆਪਾਂ ਦੇਖੀਏ ਤੇ ਉਹ ਕੁਝ ਨਹੀਂ ਕਰ ਸਕਦੇ। ਜਿਹੜਾ ਇੰਡੀਅਨ ਡਿਪਲੋਮੈਟ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਦੋਸ਼ ਲਗਾਏ ਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਕਰ ਸਕਦੇ। ਉਹ ਜਿਹੜਾ ਰੂਲ ਬੁੱਕ ਹੈ ਉਹ ਇਹ ਕਹਿੰਦਾ ਵਾ ਉਹ ਐਕਸਪੈਲ ਹੀ ਕਰ ਸਕਦੇ। ਉਹਨੇ ਐਕਸਪੈਲ ਕਰ ਦਿੱਤਾ ਆਪਣੇ ਉਹ ਜਿਹੜੀ ਐਕਸਚੇਂਜ ਕਾਰਵਾਈ ਉਹ ਕਰ ਸਕਦੇ ਸੀ ਉਹਨੇ ਕਰ ਦਿੱਤੀ ਹੈ। ਤੇ ਭਾਰਤ ਦਾ ਵਿਦੇਸ਼ ਮੰਤਰਾਲੇ ਜਿਹੜਾ ਵਾ ਉਹਨੇ ਇਹਦਾ ਕਾਊਂਟਰ ਕੀਤਾ ਵਾ। ਤੁਸੀਂ ਦੇਖੋ ਭਾਰਤ ਵੱਲੋਂ ਵਿਦੇਸ਼ ਮੰਤਰਾਲੇ ਦਾ ਬਿਆਨ ਆਇਆ, ਇੱਕ ਰਿਟਨ ਬਿਆਨ, ਕੋਈ ਬੰਦੇ ਦੀ ਸਟੇਟਮੈਂਟ ਨਹੀਂ ਆਈ। ਤੁਸੀਂ ਵੈਲਿਊ ਦੇਖੋ, ਇੱਕ ਪਾਸੇ ਕੈਨੇਡਾ ਦਾ ਪ੍ਰਧਾਨ ਮੰਤਰੀ ਬੋਲਦਾ ਪਿਆ, ਇੱਕ ਪਾਸੇ ਇੰਡੀਆ ਦਾ ਵਿਦੇਸ਼ ਮੰਤਰਾਲੇ ਦਾ ਇੱਕ ਰਿਟਨ ਸਟੇਟਮੈਂਟ ਆਉਂਦਾ ਪਿਆ, ਉਹ ਵੀ ਟਵਿੱਟਰ ਦੇ ਉੱਤੇ ਜਾਰੀ ਹੁੰਦਾ ਪਿਆ। ਕਿਸੇ ਦਾ ਕੋਈ ਵੀਡੀਓ ਸਟੇਟਮੈਂਟ ਨਹੀਂ ਹੈ, ਕਿਸੇ ਨੇ ਕੋਈ ਰਿਐਕਟ ਨਹੀਂ ਕੀਤਾ, ਭਾਰਤ ਦੇ ਵਿਦੇਸ਼ ਮੰਤਰੀ ਤੱਕ ਨੇ ਰਿਐਕਟ ਕੀਤਾ ਇਹਦੇ ਤੇ। ਸੋ ਇਹ ਜਿਹੜੀ ਜਿਹੜਾ ਭਾਰਤ ਨੇ ਕਾਊਂਟਰ ਕੀਤਾ ਵਾ, ਭਾਰਤ ਨੇ ਕਿਹਾ ਵਾ ਕਿ ਇੰਡੀਆ ਜਿਹੜਾ ਕੈਨੇਡਾ ਹੈਗਾ ਵਾ ਉਹ ਖਾਲਿਸਤਾਨ ਜਿਹੜਾ ਵਾ, ਖਾਲਿਸਤਾਨੀ ਤੱਤਵ ਜਿਹੜੇ ਹੈਗੇ ਆ ਉੱਥੇ ਉਹਨਾਂ ਨੂੰ ਪ੍ਰਮੋਟ ਕਰਦਾ ਪਿਆ। ਇਹ ਖਾਲਿਸਤਾਨੀ ਤੱਤਵ ਭਾਰਤ ਨੂੰ ਤੋੜਨ ਦੀ ਗੱਲ ਕਰਦੇ ਆ, ਪੰਜਾਬ ਨੂੰ ਭਾਰਤ ਤੋਂ ਅਲੱਗ ਕਰਨ ਦੀ ਗੱਲ ਕਰਦੇ ਆ, ਸ਼ਰੇਆਮ ਇੰਡੀਅਨ ਅੰਬੈਸਡਰਸ ਨੂੰ ਟਾਰਗੇਟ ਕਰਦੇ ਆ ਕੈਨੇਡਾ ਦੇ ਵਿੱਚ, ਇੰਡੀਅਨ ਅੰਬੈਸਡਰਸ ਨੂੰ ਧਮਕੀਆਂ ਦਿੰਦੇ ਆ। 2 ਦਿਨ ਪਹਿਲਾਂ ਹੀ ਵੀਡੀਓ ਆਇਆ ਗੁਰਪਤਵੰਤ ਸਿੰਘ ਪੰਨੂ ਦਾ, ਉਹਨੇ ਕਿਹਾ ਵਾ ਕਿ ਹਿੰਦੂ ਕੈਨੇਡਾ ਛੋੜੋ, ਯਾਨੀ ਕਿ ਕੈਨੇਡਾ ਦੇ ਵਿੱਚ ਰਹਿਣਾ ਵਾ ਤੇ ਹਿੰਦੂਆਂ ਨੂੰ ਕੈਨੇਡਾ ਛੱਡਣਾ ਪਏਗਾ। ਯਾਨੀ ਕਿ ਕੈਨੇਡਾ ਸਿਰਫ ਸਿੱਖਾਂ ਵਾਸਤੇ ਹੋ ਗਿਆ, ਖਾਲਿਸਤਾਨੀਆਂ ਵਾਸਤੇ ਹੋ ਗਿਆ। ਸਿੱਖਾਂ ਵਾਸਤੇ ਵੀ ਨਹੀਂ ਮੈਂ ਕਹੂੰਗਾ, ਇਹ ਖਾਲਿਸਤਾਨੀ ਮੁੱਠੀ ਭਾਰ ਹੈਗੇ ਉੱਥੇ, ਉਹਨਾਂ ਵਾਸਤੇ ਹੋ ਗਿਆ, ਹਿੰਦੂਆਂ ਨੂੰ। ਇਹ ਜਿਹੜਾ ਥ੍ਰੈਟ ਹੈ ਇਹ ਜਸਟਿਨ ਟਰੂਡੋ ਨੂੰ ਨਜ਼ਰ ਨਹੀਂ ਆਉਂਦਾ, ਇਹ ਉਹਨਾਂ ਦੇ ਮੰਤਰੀਆਂ ਨੂੰ ਨਜ਼ਰ ਨਹੀਂ ਆਉਂਦਾ ਕਿ ਪੰਨੂ ਵਰਗੇ ਬੰਦੇ ਅਮਰੀਕਾ ਤੋਂ ਆ ਕੇ ਉੱਥੇ ਪ੍ਰਾਈਵੇਟ ਸਿਕਿਉਰਿਟੀ ਚ ਘੁੰਮਦੇ ਨੇ, ਇੰਡੀਆ ਦੇ ਖਿਲਾਫ ਰੈਫਰੈਂਡਮ ਕਰਾਉਂਦੇ ਨੇ, ਹਿੰਦੂਆਂ ਨੂੰ ਉੱਥੇ ਧਮਕੀਆਂ ਦਿੰਦੇ ਨੇ ਤੇ ਕਹਿੰਦੇ ਨੇ ਕਿ ਕੈਨੇਡਾ ਛੱਡ ਦਿਓ ਹਿੰਦੂਓ ਤੁਸੀਂ, ਤੇ ਤੁਹਾਡਾ ਜਿਹੜਾ ਵਾ ਆਪਾਂ ਹੁਣ ਇੱਥੇ ਖਾਲਿਸਤਾਨ ਲੈ ਕੇ ਰਵਾਂਗੇ। ਸੋ ਇਹ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ ਜਸਟਿਨ ਟਰੂਡੋ ਨੂੰ, ਪਰ ਜਸਟਿਨ ਟਰੂਡੋ ਨੂੰ ਇਹ ਸਿਰਫ ਨਜ਼ਰ ਆ ਰਿਹਾ ਕਿ ਖਾਲਿਸਤਾਨੀ ਵੋਟ ਬੈਂਕ ਕਿੱਦਾਂ ਸਾਧਨ ਹੈ। ਉੱਥੇ ਦੀਆਂ ਕਰੀਬ 20 ਸੀਟਾਂ ਏਦਾਂ ਦੀਆਂ ਖੈਰਾ ਜੀ ਜਿੱਥੇ ਖਾਲਿਸਤਾਨੀ ਵੋਟਰ ਜਿਹੜਾ ਵਾ ਡੋਮੀਨੈਂਸ ਚ ਹੈ, ਜਾਂ ਸਿੱਖ ਵੋਟਰ ਕਹਿ ਲਓ ਡੋਮੀਨੈਂਸ ਚ ਹੈ, ਖਾਲਿਸਤਾਨੀ ਵੀ ਨਹੀਂ ਕਹਾਂਗਾ ਕਿਉਂਕਿ ਸਿੱਖ ਵੋਟਰ ਓਬਵੀਅਸਲੀ ਸਿੱਖ ਨੂੰ ਹੀ ਵੋਟ ਪਾਏਗਾ ਜਾ ਕੇ, ਉਹਦਾ ਏਜੰਡਾ ਨਹੀਂ ਹੁੰਦਾ, ਲੇਕਿਨ ਕਿਉਂਕਿ ਉਹਨੂੰ ਲੱਗਦਾ ਵਾ ਕਿ ਮੇਰਾ ਸਿੱਖ ਭਰਾ ਵਾ ਤੇ ਇਸ ਕਰਕੇ ਉਹ ਵੋਟ ਜਿਹੜਾ ਵਾ ਸਿੱਖ ਨੂੰ ਹੀ ਪੈਂਦਾ, ਕਿਉਂਕਿ ਪਹਿਲੇ ਦੂਜੇ ਨੰਬਰ ਤੀਜੇ ਨੰਬਰ ਦਾ ਕੈਂਡੀਡੇਟ ਸਿੱਖ ਹੈ ਤਾਂ ਉਹਦੇ ਅੱਗੇ ਕੋਈ ਚੁਆਇਸ ਨਹੀਂ ਹੈਗੀ। ਇੱਕ ਮੈਜੋਰਿਟੀ ਪੋਪੂਲੇਸ਼ਨ ਦਾ ਵੀ ਹੈ, ਹਾਂ ਇੱਕ ਮੈਜੋਰਿਟੀ ਪੋਪੂਲੇਸ਼ਨ ਹੈ। ਸੋ ਇਹਦੇ ਕਰਕੇ ਕਿਉਂਕਿ ਚੁਆਇਸ ਹੀ ਨਹੀਂ ਨਾ ਹੈਗੀ ਖੈਰਾ ਜੀ, ਜਦੋਂ ਤੁਹਾਡੇ ਸਾਹਮਣੇ ਤਿੰਨੋਂ ਕੈਂਡੀਡੇਟ ਸਿੱਖ ਨੇ ਤੇ ਤੁਸੀਂ ਸਿੱਖ ਨੂੰ ਵੋਟ ਕਰੋਗੇ, ਤੁਹਾਨੂੰ ਪਹਿਲੇ ਦੂਜੇ ਤੀਜੇ ਚੋਂ ਸਿੱਖ ਨੂੰ ਚੁਣਨਾ ਪੈਣਾ। ਚੁਆਇਸ ਨਹੀਂ ਹੈ। ਸੋ ਪੋਪੂਲੇਸ਼ਨ ਦੀ ਡੈਂਸਿਟੀ ਇੰਨੀ ਹੈ ਕੁਝ ਏਰੀਆਜ਼ ਦੇ ਵਿੱਚ ਕਿ ਉਹ ਮਜਬੂਰੀ ਬਣ ਜਾਂਦਾ। ਸੋ ਨਰੇਸ਼ ਜੀ ਇੱਕ ਸਵਾਲ ਦਾ ਜਵਾਬ ਜ਼ਰੂਰ ਦੇ ਦਿਓ, ਕਿਉਂਕਿ ਆਪਾਂ ਡਿਪਲੋਮੈਟ ਰਿਲੇਸ਼ਨ ਦੀ ਗੱਲ ਕੀਤੀ, ਐਕਸਪੈਲ ਵੀ ਕੀਤਾ ਉਹਨਾਂ ਨੇ, G20 ਚ ਸਟੇਟਮੈਂਟ ਕੁਝ ਹੋਰ ਸੀਗੀ, ਦੋਹਾਂ ਕੰਟਰੀਆਂ ਦੇ ਡਿਪਲੋਮੈਟ ਰਿਲੇਸ਼ਨ ਦੇ ਉੱਤੇ ਕੀ ਅਸਰ ਪਏਗਾ? ਦੇਖੋ ਇਹ ਆਲਰੇਡੀ ਲੋਅਰ ਲੈਵਲ ਦੇ ਉੱਤੇ ਪਹੁੰਚ ਗਏ ਖੈਰਾ ਜੀ, ਔਰ ਕੈਨੇਡਾ ਦਾ ਡਿਪਲੋਮੈਟਿਕ ਰਿਲੇਸ਼ਨ ਇੰਡੀਆ ਨਾਲ ਨਹੀਂ ਖਰਾਬ, ਕੈਨੇਡਾ ਦਾ ਡਿਪਲੋਮੈਟਿਕ ਰਿਲੇਸ਼ਨ ਇਸ ਤੋਂ ਪਹਿਲਾਂ ਚਾਈਨਾ ਨਾਲ ਵੀ ਖਰਾਬ ਹੈ। ਹੁਣ ਤੁਸੀਂ ਇਮੇਜਿਨ ਕਰੋ ਪੂਰੀ ਦੁਨੀਆ ਦੀਆਂ 2 ਸੁਪਰ ਪਾਵਰ ਵੱਡੀਆਂ, ਆਪਾਂ ਚਾਈਨਾ ਗਿਣ ਲਈਏ, ਆਪਾਂ ਇੰਡੀਆ ਗਿਣ ਲਈਏ, ਚਾਹੇ ਆਪਾਂ ਨੂੰ ਆਬਾਦੀ ਦੇ ਹਿਸਾਬ ਨਾਲ ਗਿਣ ਲਈਏ, ਆਪਾਂ ਨੂੰ ਇਕਨੋਮੀ ਦੇ ਹਿਸਾਬ ਨਾਲ ਗਿਣ ਲਈਏ, ਅੱਜ ਆਪਾਂ ਇੰਡੀਆ ਤੇ ਕੈਨੇਡਾ ਦੀ ਜਿਹੜੀ GDP ਹੈ ਉਹਨੂੰ ਕਾਊਂਟ ਕਰਦੇ ਹਾਂ ਤੇ ਇੰਡੀਆ ਫਾਰ ਬੈਟਰ ਪੋਜੀਸ਼ਨ 'ਚ ਹੈ ਕੈਨੇਡਾ ਦੇ ਨਾਲੋਂ। ਵੀ ਆਰ ਅ ਬਿਗ ਕੰਜ਼ਿਊਮਰ ਮਾਰਕੀਟ, ਅਸੀਂ ਬਹੁਤ ਵੱਡੀ ਕੰਜ਼ਿਊਮਰ ਮਾਰਕੀਟ ਆ। ਕੋਈ ਵੀ ਦੁਨੀਆ ਦਾ ਦੇਸ਼ ਇੰਡੀਆ ਦੇ ਨਾਲ ਵਿਗਾੜਨਾ ਨਹੀਂ ਚਾਹੁੰਦਾ, ਕਿਉਂਕਿ ਤੁਹਾਨੂੰ ਯਾਦ ਹੋਏਗਾ ਜਦੋਂ ਦੁਨੀਆ ਭਰ ਦੇ ਵਿੱਚ ਕਰੋਨਾ ਫੈਲਿਆ ਤੇ ਕਿਧਰੇ ਵੈਕਸੀਨ ਨਹੀਂ ਸੀ ਬਣਦੀ ਤੇ ਇੰਡੀਆ ਨੇ ਪੂਰੇ ਦੁਨੀਆ ਵਿੱਚ ਸਪਲਾਈ ਕੀਤੀ, ਔਰ ਕੈਨੇਡਾ ਵੀ ਉਹਨਾਂ ਕੰਟਰੀਜ਼ ਦੇ ਵਿੱਚੋਂ ਇੱਕ ਸੀ ਜਿੱਥੇ ਆਪਾਂ ਵੈਕਸੀਨ ਸਪਲਾਈ ਕੀਤੀ ਇੰਡੀਅਨਸ ਵੱਲੋਂ, ਕਿਉਂਕਿ ਉਹ ਹਿਊਮੈਨਿਟੀ ਦਾ ਮਾਮਲਾ ਸੀ ਖੈਰਾ ਜੀ, ਉਹ ਮਾਨਵਤਾ ਦਾ ਮਾਮਲਾ ਸੀ। ਇਸ ਕਰਕੇ ਇੰਡੀਆ ਨੇ ਦਿਲ ਖੋਲਿਆ, ਇੰਡੀਆ ਨੇ ਬਹੁਤ ਸਾਰੀਆਂ ਪੜੋਸੀ ਮੁਲਕਾਂ ਨੂੰ ਵੈਕਸੀਨ ਸਪਲਾਈ ਕੀਤੀ ਜਿੱਥੇ ਵੈਕਸੀਨ ਨਹੀਂ ਸੀ ਬਣ ਸਕਦੀ। ਸਾਡੇ ਡਾਕਟਰ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਸਰਵ ਕਰਦੇ ਆ, ਸਾਡਾ ਮੈਡੀਕਲ ਫੈਟਰਨਿਟੀ, ਸਾਡੀ ਮੈਡੀਕਲ ਜਿਹੜੀ ਆ ਪੂਰੀ ਦੁਨੀਆ ਵਿੱਚ ਮੰਨੀ ਜਾਂਦੀ ਹੈ, ਚਾਹੇ ਦਵਾਈਆਂ ਬਣਾਉਣ ਦਾ ਮਾਮਲਾ ਹੋਵੇ, ਚਾਹੇ ਮੈਡੀਕਲ ਪ੍ਰੋਫੈਸ਼ਨਲ ਦਾ ਮਾਮਲਾ ਹੋਵੇ। ਸੋ ਆਪਾਂ ਇੰਡੀਆ ਜਿਹੜਾ ਵਾ ਉਹ ਪੂਰੀ ਦੁਨੀਆ ਦੀ ਭਲਾਈ ਦੀ ਗੱਲ ਕਰਦਾ, ਵਾਸੂਦੇਵ ਕੁਟੁੰਬਕਮ ਦੀ ਗੱਲ ਕਰਦਾ, ਇੰਡੀਆ ਸਾਰਿਆਂ ਦੇ ਭਲੇ ਦੀ ਗੱਲ ਕਰਦਾ। ਬਟ ਇਸ ਤਰ੍ਹਾਂ ਸੰਸਦ ਦੇ ਵਿੱਚ ਖੜੇ ਹੋ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਦੋਸ਼ ਲਾਣਾ ਬਿਨਾਂ ਕਿਸੇ ਐਵੀਡੈਂਸ ਦੇ, ਜਾਂ ਤਾਂ ਐਵੀਡੈਂਸ ਰੱਖਦੇ ਨਾ ਸੰਸਦ ਦੇ ਵਿੱਚ ਵੀ ਆਹ ਐਵੀਡੈਂਸ ਹੈ ਸਾਡੇ ਕੋਲੋਂ, ਆਹ ਏਜੰਸੀ ਨੇ ਸਾਨੂੰ ਕਿਹਾ, ਖੜੇ ਹੋ ਕੇ ਸਿਰਫ ਇਹ ਵੋਟ ਬੈਂਕ ਵਾਸਤੇ ਕਹਿ ਦੇਣਾ, ਮੈਨੂੰ ਲੱਗਦਾ ਇਹ ਅੱਗੇ ਜਾ ਕੇ ਬਹੁਤ ਔਖਾ ਸਾਬਤ ਹੋਏਗਾ। ਤੁਸੀਂ ਡਿਪਲੋਮੈਟ ਰਿਲੇਸ਼ਨ ਦੀ ਗੱਲ ਕੀਤੀ ਹੈ, ਹੁਣ ਇਹਦੇ ਕਾਊਂਟਰ ਦੇ ਵਿੱਚ ਜੇ ਇੰਡੀਆ ਚੰਡੀਗੜ੍ਹ ਦੀ ਐਮਬੈਸੀ ਬੰਦ ਕਰ ਦੇਵੇ ਤੇ ਪੰਜਾਬ 'ਚ ਭੜਥੂ ਪੈ ਜਾਏਗਾ। ਵਾਕਿਆ ਜੀ ਪੰਜਾਬ 'ਚ ਭੜਥੂ ਪੈ ਜਾਏਗਾ। ਜੇ ਇੰਡੀਆ ਨੇ ਇਹਦੇ ਕਾਊਂਟਰ ਦੇ ਵਿੱਚ ਕੈਨੇਡਾ ਦੀ ਐਮਬੈਸੀ ਦੇ ਬਾਹਰ ਦਿੱਲੀੋਂ ਸਿਕਿਉਰਿਟੀ ਹਟਾਤੀ ਤੇ ਭੜਥੂ ਪੈ ਜਾਏਗਾ। ਸੋ ਅੱਗੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਾਊਂਟਰ ਮੇਜਰ ਦੇ ਵਿੱਚ ਹੋ ਸਕਦੀਆਂ, ਬਟ ਅਲਟੀਮੇਟਲੀ ਇਹ ਸਰਕਾਰ ਦਾ ਡਿਸੀਜਨ ਹੈ ਕਿ ਸਰਕਾਰ ਨੇ ਕਰਨਾ ਕੀ ਹੈ।
क्योंकि डील ਤਾਂ ਸਰਕਾਰ ਨੇ ਕਰਨਾ ਹੈ, ਚਾਹੇ ਇੰਡੀਆ ਦੀ ਹੈ ਚਾਹੇ ਕੈਨੇਡਾ ਦੀ ਹੈ ਜੀ। ਪੱਤਰਕਾਰ ਹੋਣ ਦੇ ਨਾਤੇ ਆਪਾਂ ਤਾਂ ਸਿਰਫ ਇਹ ਟਿਕ ਨਹੀਂ ਕਰ ਸਕਦੇ ਕਿ ਅੱਗੇ ਕਾਊਂਟਰ ਮੇਜਰ ਕੀ ਹੋ ਸਕਦਾ ਕਾਊਂਟਰ ਮੇਜਰ ਦੇ ਇਹੀ ਹੋ ਸਕਦੇ ਆ, ਬਟ ਹੁਣ ਅੱਗੇ ਜਾ ਕੇ ਦੇਖਦੇ ਆ ਕਿ ਅੱਗੇ ਹੁੰਦਾ ਕੀ ਹੈ। ਜੀ ਬਹੁਤ ਬਹੁਤ ਸ਼ੁਕਰੀਆ ਨਰੇਸ਼ ਜੀ। ਤੁਸੀਂ ਦੇਖਿਆ ਕਿ ਕਿਵੇਂ, ਕਿਉਂਕਿ ਵੋਟ ਬੈਂਕ ਜਿਹੜਾ ਆ ਨਾ ਸਿਰਫ ਇੰਡੀਆ ਦੇ ਉੱਤੇ ਜੇ ਆਪਾਂ ਕਹਿ ਲਈਏ ਕਿ ਇਹਨਾਂ ਨੂੰ ਲੱਗਦਾ ਹੈ ਕਿ ਕਿਉਂਕਿ ਵੋਟ ਬੈਂਕ ਮੈਜੋਰਿਟੀ ਵੋਟ ਬੈਂਕ ਉੱਥੇ ਸਿੱਖ ਦੱਸਿਆ ਜਾ ਰਿਹਾ, ਔਰ ਬਹੁਤ ਵਾਰ ਅਸੀਂ ਦੇਖਿਆ ਜਿਵੇਂ ਜਗਮੀਤ ਹੋਣਾ ਦਾ ਨਾਮ ਲਿਆ ਹੋਇਆ, ਔਰ ਉਸ ਤੋਂ ਇਲਾਵਾ ਜੇ ਅਸੀਂ ਗੱਲ ਕੀਤੀ ਜਾਵੇ ਬਰੈਂਪਟਨ, ਸਰੀ, ਐਡਮਿੰਟਨ, ਓਟਾਵਾ ਜਿੱਥੇ ਹੁਣ ਖੜ ਕੇ ਬੋਲਦੇ ਆ, ਮੈਜੋਰਿਟੀ ਪੋਪੂਲੇਸ਼ਨ ਜਿਹੜੀ ਆ ਉੱਥੇ ਇੰਡੀਅਨ ਦੀ ਆ, ਪੰਜਾਬੀਆਂ ਦੀ ਆ, ਔਰ ਪੰਜਾਬੀ ਵੀ ਕਿਹੜੇ ਜਿਹੜੇ ਸਿੱਖ ਨੇ, ਦਸਤਾਰ ਬੰਨ੍ਹਦੇ ਨੇ ਜਾਂ ਸਿੱਖ ਨੇ। ਸੋ ਆਟੋਮੈਟਿਕਲੀ ਕਿਤੇ ਨਾ ਕਿਤੇ ਇਹ ਵਾਕਈ ਹਾਊਸ ਆਫ ਕਾਮਨ ਦਾ ਜਿਹੜਾ ਇਹ ਇੱਕ ਸਟੇਟਮੈਂਟ ਦੇ ਦਿੱਤੀ ਆ ਜਸਟਿਨ ਟਰੂਡੋ ਨੇ, ਵੱਡੇ ਇਲਜ਼ਾਮ ਭਾਰਤ ਦੇ ਉੱਤੇ ਲਾ ਦਿੱਤੇ ਆ। ਇਸ ਨੂੰ ਇਹਦੇ ਨਾਲ ਜੋੜ ਕੇ ਵੀ ਦੇਖਿਆ ਜਾ ਸਕਦਾ ਹੈ ਕਿ ਸਿਰਫ ਤੇ ਸਿਰਫ ਵੋਟ ਕੰਪਰੋਮਾਈਜ਼ ਕਰਨਾ ਆ, ਵੋਟ ਬੈਂਕ ਨੂੰ ਵਧਾਉਣ ਦੇ ਲਈ, ਵੋਟਾਂ ਨੂੰ ਲੁਭਾਉਣ ਦੇ ਲਈ, ਕਿਉਂਕਿ G20 ਦੀ ਸਟੇਟਮੈਂਟ ਸ਼ਾਇਦ ਬਹੁਤਿਆਂ ਨੂੰ ਨਹੀਂ ਪਚੀ ਹੋਣੀ, ਕਿਉਂਕਿ G20 ਦੀ ਸਟੇਟਮੈਂਟ ਸੀਗੀ ਕਿ ਖਾਲਿਸਤਾਨੀ ਜਿਹੜੇ ਕੈਨੇਡੀਅਨ ਆ ਉਹਨਾਂ ਦਾ ਸਖਤ ਵਿਰੋਧ ਕੀਤਾ ਜਾਏਗਾ। ਖਾਲਿਸਤਾਨੀ ਗਤੀਵਿਧੀਆਂ ਜਿਹੜੀਆਂ ਨੇ ਭਾਰਤ ਜਿਹੜੀਆਂ ਕੈਨੇਡਾ 'ਚ ਹੁੰਦੀਆਂ ਨੇ ਉਹ ਕਿਸੇ ਵੀ ਤਰੀਕੇ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਪਰ ਹੁਣ ਇਹੀ ਸਟੇਟਮੈਂਟ ਉਲਟ ਹੋ ਗਈ ਹੈ ਹਾਊਸ ਆਫ ਕਾਮਨ ਦੇ ਵਿੱਚ, ਭਾਰਤ ਤੇ ਸਿੱਧੇ ਇਲਜ਼ਾਮ ਲਾ ਦਿੱਤੇ ਨੇ ਉਹਨਾਂ ਨੇ। ਇੱਕ ਵਾਰ ਮੈਂ ਤੁਹਾਨੂੰ ਪੂਰੀ ਉਹ ਸਟੇਟਮੈਂਟ ਸੁਣਾ ਦਿੰਦਾ ਕੀ ਹੋਇਆ ਹਾਊਸ ਆਫ ਕਾਮਨ ਦੇ ਵਿੱਚ। Number of weeks, Canadian security agencies have been actively pursuing credible allegations of a potential link between agents of the government of India and the killing of a Canadian citizen, Hardeep Singh Nijjar. Over the past number of weeks, Canadian security agencies have been actively pursuing credible allegations of a potential link between agents of the government of India and the killing of a Canadian citizen, Hardeep Singh Nijjar. Over the past number of weeks, ਹਰਦੀਪ ਸਿੰਘ ਨਿੱਜਰ ਦਾ ਕਤਲ ਮਾਮਲਾ ਫਿਲਹਾਲ ਜਸਟਿਨ ਟਰੂਡੋ ਨੇ ਸਿੱਧਾ ਹਾਊਸ ਆਫ ਕਾਮਨ 'ਚ ਖੜ ਕੇ ਭਾਰਤ ਦੇ ਉੱਤੇ ਇਲਜ਼ਾਮ ਲਾ ਦਿੱਤੇ ਨੇ ਕਿ ਕੈਨੇਡੀਅਨ ਸਿਟੀਜ਼ਨ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਹੋਇਆ ਉਹਦੇ 'ਚ ਇੰਡੀਅਨ ਡਿਪਲੋਮੈਟਸ ਦਾ ਹੱਥ ਹੈ। ਤੁਹਾਨੂੰ ਦੱਸਦਾ ਕਿ 18 ਜੂਨ ਨੂੰ ਹਰਦੀਪ ਨਿੱਜਰ ਦਾ ਕਤਲ ਹੋਇਆ ਸੀ। ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। 2 ਮੋਟਰਸਾਈਕਲ ਸਵਾਰ ਨੇ ਗੋਲੀਆਂ ਮਾਰੀਆਂ ਸੀਗੀਆਂ। ਜੇ ਗੱਲ ਕੀਤੀ ਜਾਵੇ ਇੰਡੀਆ ਦੇ ਵੱਲੋਂ 2020 ਦੇ ਵਿੱਚ ਡਿਕਲੇਅਰ ਕੀਤਾ ਗਿਆ ਸੀ ਹਰਦੀਪ ਨਿੱਜਰ ਨੂੰ ਅੱਤਵਾਦੀ, ਔਰ 1990 ਦੇ ਦਹਾਕੇ ਦੇ ਵਿੱਚ ਹਰਦੀਪ ਨਿੱਜਰ ਹੁਣੀ ਕੈਨੇਡਾ मूव होए सीगे। और ये फिलहाल क्योंकि बहुत वड्डी खबर है एक मुल्क तो दूसरे मुल्क के उत्ते इल्जाम लाना, हालांकि इल्जाम लगते रहते हैं पर किसी पीएम के वालों हाउस ऑफ कॉमन यानी कि उत्थे दे संसद दे विच खड़ के इल्जाम लाना बहुत बहुत वड्डी गल है। अगों हुण भारत दा की रुख होएगा ये भी वेखना होएगा, एक्शन की होएगा, रिएक्शन की होएगा, ये सब तो वड्डी गल है।